morning everyone, myself Kajol from Brainmaker Coaching Classes। आज ਜਿਹੜਾ टॉपिक है उस अपनी सीटेट के सिलेबस ਦੇ ਵਿੱਚ ਆਪਾਂ ਸਟਾਰਟ ਕਰ ਰਹੇ ਹਾਂ। सीटेट ਤੇ पीटेट ਦੇ ਵਿੱਚ ਤੁਹਾਨੂੰ ਪਤਾ ਹੋਣਾ ਸਾਇੰਸ ਦਾ ਜਿਹੜਾ ਇੱਕ ਤਾਂ ਪਹਿਲਾ ਕੁਐਸਚਨ ਆਂਦਾ ਹੀ ਆਂਦਾ, ਉਸ ਤੋਂ ਬਾਅਦ ਆਪਣੀ ਪੈਡਾਗੋਜੀ ਵੀ ਆਂਦੀ ਆ, ਤਾਂ ਉਦੋਂ ਵੀ ਆਪਾਂ ਇਹ ਕਰਨਾ ਹੁੰਦਾ। ਤਾਂ ਆਪਾਂ ਅੱਜ ਤੋਂ ਸਟਾਰਟ ਕੀ ਕਰ ਰਹੇ ਹਾਂ, सीटेट ਤੇ पीटेट ਦੀ ਤਿਆਰੀ। ਤਾਂ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਸਾਇੰਸ ਹੀ ਕਰਾਂਗੇ। ਐਸ ਆਈ ਟੀਚ ਯੂ ਸਾਇੰਸ, ਤਾਂ ਆਪਾਂ ਸਭ ਤੋਂ ਪਹਿਲਾਂ ਕਿਹਦਾ ਸਟਾਰਟ ਕਰਾਂਗੇ, ਸਾਇੰਸ ਦਾ। ਤੇ ਸਾਇੰਸ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਕੀ ਕਰਾਂਗੇ, ਟੌਪਿਕ ਮੈਥਡਸ ਆਫ ਟੀਚਿੰਗ ਸਾਇੰਸ। सीटेट ਤੇ पीटेट ਲਈ ਸਟੂਡੈਂਟਸ ਲਈ ਇਹ ਬਹੁਤ ਇੰਪੋਰਟੈਂਟ ਹੈ, ਬਹੁਤ ਇੰਪੋਰਟੈਂਟ ਹੈ, ਤੁਹਾਨੂੰ ਮੈਂ ਕਹਿ ਰਹੀ ਹਾਂ। ਤਾਂ ਕਿਉਂਕਿ ਇਹਨਾਂ ਪੈਡਾਗੋਜੀ ਜਿਹੜੀ ਹੈਗੀ ਆ ਆਪਣੀ ਕਿੰਨੇ ਨੰਬਰਸ ਦੀ ਆਏਗੀ, 15 ਮਾਰਕਸ। ਅਪਰੋਕਸੀਮੇਟਲੀ ਇਹ ਅਗਸਤ ਜਾਂ ਸਤੰਬਰ ਦੇ ਵਿੱਚ ਐਗਜ਼ਾਮ ਹੋ ਜਾਏਗਾ। ਤਾਂ ਆਪਣੇ ਚੈप्टर्स ऑफ मैथड टीचिंग साइंस लिख सकते हैं या टीचिंग मैथड्स ऑफ साइंस। गेट इट? साइंस की ਹੁੰਦਾ ਹੈ ਹੁਣ ਸਾਇੰਸ ਦਾ ਤੁਹਾਨੂੰ ਸਭ ਨੂੰ ਪਤਾ ਹੋਏਗਾ, ਤੁਸੀਂ ਇੰਨੇ ਵੱਡੇ ਹੋ ਚੁੱਕੇ ਹੋ। ਸਾਇੰਸ ਕੀ ਹੁੰਦਾ ਹੈ? ਸਾਇੰਸ मतलब कि डिस्कवरी कह सकते हैं, या साइंस जी अपनी डेली लाइफ ਦੇ ਵਿੱਚ हर चीज यूज ਹੁੰਦੀ ਹੈ ਉਹਨੂੰ ਆਪਾਂ ਸਾਇੰਸ ਕਹਿ ਦਿੰਦੇ ਹਾਂ। ਮੈਥਡ ਆਫ ਟੀਚਿੰਗ मतलब कि ਅਸੀਂ ਜਿਹੜੇ ਆਪਣੇ ਬੀਐਡ ਵਾਲੇ ਹੈਗੇ ਆ, ਬੀਐਡ ਵਾਲੇ ਬੱਚੇ ਹੈਗੇ ਆ, ਐਨਟੀਟੀ ਵਾਲੇ ਹੈਗੇ ਆ, ਈਟੀਟੀ ਵਾਲੇ ਹੈਗੇ ਆ, ਇਹਨਾਂ ਦਾ ਮੇਨ ਮੋਟਿਵ ਕੀ ਹੈ, ਐਜੂਕੇਸ਼ਨ, ਸਟੱਡੀ, ਕਿ ਬੱਚਿਆਂ ਨੂੰ ਟੀਚ ਕਰਨਾ। ਇਹੀ ਤੁਹਾਡਾ ਮੋਟਿਵ ਹੈ, ਤਾਂ ਹੀ ਤੁਸੀਂ ਆ ਕੀਤਾ। ਪੇਪਰ ਜਿਹੜੇ ਕ੍ਰੈਕ ਕਰ ਰਹੇ ਸੀਟੈਟ ਤੇ ਪੀਟੈਟ ਵਾਲੇ ਹੋਗੇ ਚਾਹੇ ਐਨਟੀਟੀ ਵਾਲੇ ਹੋਗੇ, ਉਹਨਾਂ ਦਾ ਮੇਨ ਮੋਟਿਵ ਕੀ ਹੈ ਕਿ ਤੁਸੀਂ ਆਪਣੀ ਜੌਬ ਪੱਕੀ ਕਰਨੀ ਹੈ ਟੀਚਿੰਗ ਦੇ ਲਾਈਨ ਦੇ ਵਿੱਚ, ਰਾਈਟ। ਉਸੇ ਤਰ੍ਹਾਂ ਸਾਡਾ ਮੋਟਿਵ ਕੀ ਹੈ ਕਿ ਤੁਹਾਨੂੰ ਲੈਕਚਰਸ ਪ੍ਰੋਵਾਈਡ ਕਰਨਾ। ਤਾਂ ਪਲੀਜ਼ ਜਿਨ੍ਹਾਂ ਨੂੰ ਇਹ ਵੀਡੀਓ ਪਸੰਦ ਆਏਗੀ ਤਾਂ ਪਲੀਜ਼ ਲਾਈਕ ਤੇ ਸਬਸਕ੍ਰਾਈਬ ਅਵਰ ਚੈਨਲ। ਥੈਂਕ ਯੂ। ਓਕੇ, ਲੈਟ ਮੀ ਸਟਾਰਟ ਦ ਟੌਪਿਕ। ਆਪਾਂ ਸਟਾਰਟ ਕਰ ਲਈਏ ਮੈਥਡ ਆਫ ਟੀਚਿੰਗ ਸਾਇੰਸ। ਹੁਣ ਟੀਚਿੰਗ ਦਾ ਮਤਲਬ ਕੀ ਹੈ? ਮੈਂ ਜਿਵੇਂ ਹੁਣ ਤੁਹਾਡੇ ਕੋਲ ਅੱਜ ਟੀਚ ਕਰ ਰਹੀ ਹਾਂ, ਤਾਂ ਸਾਡਾ ਕੀ ਹੋਊਗਾ, ਪਹਿਲਾ ਮੈਥਡ ਹੋਊਗਾ ਇੱਕ ਟੀਚਰ ਦਾ ਜਦੋਂ ਇੱਕ ਕਲਾਸਰੂਮ ਦੇ ਵਿੱਚ ਐਂਟਰ ਕਰਦੀ ਹੈ, ਉਹਦਾ ਪਹਿਲਾ ਕੀ ਕੰਮ ਹੁੰਦਾ ਹੈ ਕਿ ਜਿਹੜਾ ਉਹਨੇ ਟੌਪਿਕ ਪੜ੍ਹਾਉਣਾ ਉਹਨੂੰ ਟੌਪਿਕ ਬਾਰੇ ਪਤਾ ਹੋਵੇ ਕਿ ਅੱਜ ਕਿਹੜਾ ਚੈਪਟਰ ਪੜ੍ਹਾਉਣਾ, ਲੈਸਨਸ ਕਿਹੜਾ ਪੜ੍ਹਾਉਣਾ ਹੈ, ਉਹ ਐਟਲੀਸਟ ਟੀਚਰ ਨੂੰ ਪਤਾ ਹੋਵੇ ਕਿ ਹਾਂਜੀ ਅੱਜ ਅਸੀਂ ਆਹ ਵਾਲਾ ਚੈਪਟਰ ਬੱਚਿਆਂ ਨੂੰ ਸਮਝਾਉਣਾ ਹੈ। ਉਸ ਤੋਂ ਬਾਅਦ ਮੈਥਡਸ, ਕਿ ਜਿਹੜਾ ਤੁਸੀਂ ਚੈਪਟਰ ਕਰਾ ਰਹੇ ਹੋ ਕਿ ਮੈਥਡ ਕਿਹੜੇ ਮੈਥਡ ਨਾਲ ਤੁਸੀਂ ਪੜ੍ਹਾਉਣਾ ਹੈ। ਥਰਡ ਤੁਹਾਡਾ ਕੀ ਕੰਮ ਹੋਏਗਾ ਕਿ ਉਹਦਾ ਪ੍ਰੋਸੈਸ ਸੀਕੁਐਂਸ ਵਾਈਜ਼, ਕਿ ਜਿਹੜਾ ਤੁਸੀਂ ਜੇ ਉਹਦਾ ਪਹਿਲਾਂ ਕੋਈ ਟੌਪਿਕ ਪੜ੍ਹਾ ਰਹੇ ਹੋ ਤਾਂ ਉਹਦਾ ਪਹਿਲਾਂ ਮੀਨਿੰਗ ਪਤਾ ਹੋਣਾ ਚਾਹੀਦਾ, ਜਾਂ ਜਿਹੜੀ ਆਪਣੀ ਹੈਗੀ ਸਟੱਡੀ ਜਾਂ ਪ੍ਰੀ ਲੈਸਨ ਦੇ ਜਿਹੜੀ ਓਲਡਸ ਹੈਗੀ, ਜਿਵੇਂ ਹਿਸਟਰੀ ਦੇ, ਜਿਵੇਂ ਆਪਾਂ ਬਾਈ ਚਾਂਸ ਸਪੋਜ਼ ਕਰ ਲਓ ਯੂ ਆਰ ਇਨ ਕਲਾਸ 8 ਤੇ 7th ਦੇ ਰਿਲੇਟਡ ਤੁਸੀਂ ਉਹਦੇ ਬਾਰੇ ਟੌਪਿਕ ਸੇਮ ਸੀ, ਤਾਂ ਉਹਦੇ ਬਾਰੇ ਰੀਕੈਪ ਕਰੋ ਕਿ ਬੱਚਿਆਂ ਨੂੰ ਕਿੰਨੀ ਕੁ ਨੌਲੇਜ ਹੈ ਉਸ ਟੌਪਿਕ ਬਾਰੇ ਜਿਹੜਾ ਉਹਨਾਂ ਨੂੰ ਪਹਿਲਾਂ ਕਰਾਇਆ ਗਿਆ, ਤਾਂ ਕਿ ਆਪਾਂ ਉਸ ਤੋਂ ਅਗਲਾ ਸਟੈਪ ਆਪਾਂ ਕੰਟੀਨਿਊ ਕਰੀਏ। ਇੱਕ ਸੀਕੁਐਂਸ ਹੋਣਾ ਚਾਹੀਦਾ ਕਿ ਤੁਸੀਂ ਬੱਚਿਆਂ ਨੂੰ ਕਿੰਨਾ ਕਰਨਾ। ਤੇ ਟੀਚਰ ਨੂੰ ਜਦੋਂ ਤੁਹਾਡਾ ਕਈ ਵਾਰ ਤੁਸੀਂ ਕੀ ਹੁੰਦਾ ਬੱਚੇ मतलब कि अपनी क्लास ਦੇ ਵਿੱਚ बहुत डिफरेंट टाइप से बच्चे होंगे। ਕਈਆਂ ਨੂੰ ਕੀ ਹੁੰਦਾ ਕਿ ਬੱਚੇ ਸਲੋ ਲਰਨਰਸ ਹੁੰਦੇ ਆ, ਕੋਈ ਬਹੁਤ ਜਲਦੀ ਕੁਇਕਲੀ ਕਰ ਲੈਂਦੇ ਕਿਉਂਕਿ ਉਹ ਘਰੋਂ ਵੀ ਪੜ੍ਹ ਕੇ ਆਏ ਹੁੰਦੇ ਤੇ ਉਧਰੋਂ ਵੀ ਪੜ੍ਹ ਲੈਂਦੇ ਆ, ਤਾਂ ਬਹੁਤ ਕੁਇਕਲੀ ਰੈਕਟ ਕਰ ਲੈਂਦੇ ਆ। ਬਟ ਜਿਹੜੇ ਸਲੋ ਲਰਨਰਸ ਹੈ ਜਾਂ ਜਿਹੜੇ ਬੱਚਿਆਂ ਨੂੰ ਕੈਚ ਕਰਨ ਦੀ ਪਾਵਰ ਬਹੁਤ ਘੱਟ ਹੈ, ਤਾਂ ਫਿਰ ਤੁਸੀਂ ਕੀ ਕਰੋਗੇ, ਤਾਂ ਉਸੇ ਟੀਚਰ ਦਾ ਉਹਨਾਂ ਨੂੰ ਮੈਥਡਸ ਪਤਾ ਹੋਣਾ ਚਾਹੀਦਾ ਕਿ ਬੱਚੇ ਲਈ ਕਿੰਨਾ ਕੁ ਟੌਪਿਕ ਤੁਸੀਂ ਕਰਵਾਉਣਾ। ਫॉर एग्जांपल ਜੇ ਚੈਪਟਰ ਦਾ ਤੁਸੀਂ ਕਿੰਨਾ ਇੱਕ ਟੌਪਿਕ ਕੰਪਲੀਟ ਕਰਾਤਾ, ਤਾਂ ਇੱਕ ਐਟਲੀਸਟ ਇੰਨੇ ਟੌਪਿਕਸ ਵੀ ਨਾ ਬੱਚਿਆਂ ਨੂੰ ਫਟਾਫਟ ਕੈਚ ਕਰਵਾਓ ਕਿ ਬੱਚਾ ਸਾਡਾ ਕੈਚ ਨਾ ਕਰ ਸਕੇ, ਕਿਉਂਕਿ ਹਿਊਮਨ ਬੀਇੰਗ ਹੈ, ਆਪਾਂ ਤਾਂ ਲੈਕਚਰ ਦੇਣਾ, ਬਟ ਜਿਹੜੇ ਬੱਚੇ ਸੁਣ ਰਹੇ ਹੈ ਅੱਜ ਮੈਥ ਦਾ ਲੈਕਚਰ ਹੈ, ਨੈਕਸਟ ਇੰਗਲਿਸ਼ ਹੈ, ਫਿਰ ਇਹ ਸੋ ਮੈਨੀ ਲੈਕਚਰਸ ਆਉਂਦੇ ਆ, ਬਹੁਤ ਸਾਰੇ ਲੈਕਚਰਸ ਹੁੰਦੇ ਆ, ਤਾਂ ਇਹਦੇ ਨਾਲ ਕੀ ਹੁੰਦਾ ਬੱਚੇ ਦਾ ਬਰਡਨ ਆਉਣ ਲੱਗ ਜਾਂਦਾ ਹੈ। ਬਰਡਨ ਕਰਕੇ ਕੀ ਹੁੰਦਾ ਉਹ ਪੜ੍ਹ ਨਹੀਂ ਸਕਦਾ, ਉਹ ਸਭ ਕੁਝ ਕਨਫਿਊਜ਼ ਹੋ ਜਾਂਦਾ ਹੈ। ਤਾਂ ਪਲੀਜ਼ ਇੰਨਾ ਵੀ ਟੌਪਿਕ ਕਰਵਾਓ ਕਿ ਤਾਂ ਕਿ ਬੱਚਾ ਕੀ ਕਰੇ, ਸਮਝ ਸਕੇ, ਉਹਨੂੰ मतलब कि ਲਰਨ ਕਰ ਸਕੇ, ਇੰਟਰਸਟ ਬਣ ਸਕੇ। ਤਾਂ ਇਹਦੇ ਦੇ ਵਿੱਚ ਆਪਣੇ ਟੌਪਿਕ ਦੇ ਰਿਲੇਟਡ ਵੀ ਆਹੀ ਚੀਜ਼ਾਂ ਕਿ ਆਪਾਂ ਕਿਹੜੇ ਮੈਥਡ ਨਾਲ ਸਾਇੰਸ ਪੜ੍ਹਾਈਏ ਕਿ ਬੱਚੇ ਦਾ ਇੰਟਰਸਟ ਬਣ ਜਾਏ, ਕਿ ਬੱਚੇ ਦਾ ਇੰਟਰਸਟ ਬਣ ਜਾਏ। ਹੁਣ ਆਪਣੇ ਕਲਾਸਰੂਮਸ ਹੁੰਦੀ ਹੈ, ਇਹਦਾ ਤੁਹਾਨੂੰ ਸਮਝ ਆ ਗਿਆ ਹੁਣ? ਆਪਣੀ ਕਲਾਸਰੂਮਸ ਹੁੰਦੀਆਂ, ਕਲਾਸਰੂਮਸ ਕਿੰਨੀਆਂ ਟਾਈਪਸ, ਕਲਾਸਰੂਮਸ ਦੇ ਵਿੱਚ ਜਿਵੇਂ मतलब कि ਦੋ ਤਰ੍ਹਾਂ ਦੇ ਇੱਕ ਮੈਥਡ ਟਾਈਪਸ ਹੁੰਦੇ ਆ। ਇੱਕ ਹੁੰਦਾ ਆਪਣਾ ਟੀਚਰ ਸੈਂਟਰ, ਜਿਹਦੇ ਵਿੱਚ ਕੀ ਹੁੰਦੀ ਹੈ ਟੀਚਰ ਬੋਲਦੀ ਹੈ ਤੇ ਬੱਚੇ ਸੁਣਦੇ ਸਿਰਫ, ਜਿਵੇਂ ਕਿ ਮੈਂ बोल रही है तुसी सुन
एग्जांपल मोबाइल ਦੇ ਤੁਸੀਂ ਹਾਰਮਫੁਲ ਤੇ ਯੂਸਫੁਲ ਦੋਨਾਂ ਦੱਸਣੇ ਤਾਂ ਤੁਸੀਂ ਇੱਕ ਕਲਾਸ ਨੂੰ ਕੀ ਦੋ ਚੀਜ਼ਾਂ ਡਿਵਾਈਡ ਕਰਤਾ ਕਿ ਇੱਕ ਜਣਾ ਤੁਹਾਨੂੰ ਹਾਰਮਫੁਲ ਦੱਸੇਗਾ ਇੱਕ ਯੂਸਫੁਲ ਦੱਸੇਗਾ ਤਾਂ ਉਹ ਕੀ ਹੈ ਉਹਦੇ ਵਿੱਚ ਕੀ ਹੈ ਬੱਚਾ ਆਪਣੀ ਨੌਲੇਜ ਦਿਖਾਉਂਦਾ ਹੈ ਕਿ ਤੁਸੀਂ ਬੱਚਾ ਕਿੰਨਾ ਕੁ ਪੜ੍ਹ ਸਕਿਆ ਕਿੰਨੀ ਕੁ ਉਹਨੇ ਆਪਣੀ ਸੁਸਾਇਟੀ ਤੋਂ ਪਾਵਰ ਕੈਚ ਕੀਤੀ ਹੈ ਕੀ ਸਿੱਖਿਆ ਤੇ ਇਹਦੇ ਵਿੱਚ ਕੀ ਹੁੰਦਾ ਹੈ ਟੀਚਰ ਵਾ ਫਿਰ ਟੀਚਰ ਮਤਲਬ ਕਿ ਟੀਚਰ ਕੁਐਸਚਨ ਪੁੱਛਦੀ ਹੈ ਤੁਹਾਡੇ ਤੋਂ ਕੁਐਸਚਨਸ ਪੁੱਛੇ ਤੁਸੀਂ ਰਿਪਲਾਈ ਕੀਤਾ ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਤੁਸੀਂ ਨਾਲ ਦੇ ਨਾਲ ਆਨਸਰਸ ਦੇ ਰਹੇ ਹੋ ਤਾਂ ਇਹ ਕੀ ਹੋ ਗਿਆ ਟੀਚਰ ਪੀਪਲ ਸੈਂਟਰ ਠੀਕ ਹੈ ਜੀ ਆ ਹੈਗੇ ਆਪਣੇ ਤਿੰਨ ਟਾਈਪਸ ਉਸ ਤੋਂ ਬਾਅਦ ਆਪਾਂ ਕੀ ਕਰਨਾ ਹੈ ਉਸ ਤੋਂ ਬਾਅਦ ਆਪਣੇ ਬਹੁਤ ਸਾਰੇ ਮੈਥਡਸ ਹੈ ਕਿ ਆਪਾਂ ਮੈਥਡਸ ਹੈ ਕਿ ਕਿਹਦੇ ਨਾਲ ਆਪਾਂ ਬੱਚਿਆਂ ਨੂੰ ਸਾਇੰਸ ਪੜ੍ਹਾ ਸਕਦੇ ਕਿ ਕਿਹੜੇ ਮੈਥਡ ਨਾਲ ਆਪਾਂ ਬੱਚਿਆਂ ਨੂੰ ਸਾਇੰਸ ਪੜ੍ਹਾ ਦਈਏ ਬਹੁਤ ਪ੍ਰੋਪਰਲੀ ਕਿ ਤਾਂ ਕਿ ਬੱਚਿਆਂ ਨੂੰ ਯਾਦ ਹੋ ਜਾਏ ਇਹਨਾਂ ਦੇ ਹੈਗੇ 6 ਮੈਥਡਸ ਹੈ ਠੀਕ ਹੈ ਆਪਾਂ ਕੀ ਕਰਾਂਗੇ ਹਰ ਦਾ ਪਹਿਲਾ ਮੈਥਡ ਐਕਸਪਲੇਨ ਕੀਤਾ ਜਾਏਗਾ ਉਸ ਤੋਂ ਬਾਅਦ ਉਹਦਾ ਪ੍ਰਿੰਸੀਪਲ ਕਿ ਉਹਦਾ ਕੀ ਮੋਟਿਵਸ ਹੈ ਕਿ ਆਪਾਂ ਜਿਹੜਾ ਮੈਥਡ ਪੜ੍ਹ ਰਹੇ ਹਾਂ ਉਹਦਾ ਕੀ ਮੋਟਿਵਸ ਹੈ ਤਾਂ ਚਲੋ ਆਪਾਂ ਪਹਿਲੇ ਤੋਂ ਸਟਾਰਟ ਕਰ ਲਈਏ ਇਹਦੇ ਵੈਸੇ 6 ਹੈ ਤਾਂ ਆਪਾਂ ਫਰਸਟ ਤੋਂ ਸਟਾਰਟ ਕਰਦੇ ਹਾਂ ਆਪਣਾ ਫਰਸਟ ਹੈਗਾ ये अपने चैप्टर का नाम है लेक्चर मेथड ਮੈਨੂੰ ਨਹੀਂ ਲੱਗਦਾ ਇਹਦੇ ਵਿੱਚ ਤੁਹਾਨੂੰ ਸਾਰਾ ਕੁਝ ਲਿਖਣ ਦੀ ਲੋੜ ਹੈ ਤਾਂ ਤੁਸੀਂ ਇਹਨੂੰ ਸੁਣ ਸਕਦੇ ਹੋ ਐਮਸੀਕਿਊਜ਼ ਵਗੈਰਾ ਜਿਹੜੀ ਹੈਗੀ ਹੈ ਐਮਸੀਕਿਊਜ਼ ਹਰ ਟਾਈਪ ਦੇ ਚੈਪਟਰ ਦੇ ਲਾਸਟ ਜਾਂ ਨੈਕਸਟ ਵੀਡੀਓ ਦੇ ਵਿੱਚ ਤੁਹਾਨੂੰ ਐਮਸੀਕਿਊਜ਼ ਜ਼ਰੂਰ ਮਿਲ ਜਾਣਗੇ ਜੇ ਤੁਸੀਂ ਇਹ ਲੈਕਚਰ ਸੁਣ ਰਹੇ ਹੋ ਧਿਆਨ ਨਾਲ ਤਾਂ ਕਰਕੇ ਇਹਨਾਂ ਦੇ ਐਮਸੀਕਿਊਜ਼ ਤੁਸੀਂ ਐਟਲੀਸਟ ਜਿਹੜਾ ਟੌਪਿਕ ਕਰਾਇਆ ਜਾਂਦਾ ਹੈ ਥੋੜਾ ਟੌਪਿਕ ਕਰਾਇਆ ਜਾਂਦਾ ਹੈ ਉਹਨੂੰ ਯਾਦ ਸੁਣਨ ਦੀ ਕੋਸ਼ਿਸ਼ ਕਰੋ ਕਿ ਤੁਸੀਂ ਉਸ ਟੌਪਿਕ ਨੂੰ ਕਿੰਨਾ ਪੜ੍ਹ ਸਕਦੇ ਹੋ ਹੁਣ ਲੈਕਚਰ ਮੈਥਡ ਹੈ ਆਪਣਾ ਕੀ ਚੱਲ ਰਿਹਾ ਇੱਕ ਲੈਕਚਰ ਮੈਥਡ ਇਹਦੇ ਵਿੱਚ ਕੀ ਹੁੰਦਾ ਹੈ ਕਿ ਟੀਚਰ ਆਪਣੇ ਵਿਊਜ਼ ਤੁਹਾਨੂੰ ਕੀ ਦਿੰਦੀ ਹੈ ਦੱਸਦੀ ਹੈ ਕਿ ਬੇਟਾ ਅੱਜ ਅਸੀਂ ਟੌਪਿਕ ਨੂੰ ਜਿਵੇਂ ਫॉर ਐਗਜ਼ਾਮਪਲ ਸਟੇਟਸ ਆਫ ਮੈਟਰ ਸਟੇਟਸ ਆਫ ਮੈਟਰ ਦੇ ਵਿੱਚ ਬੇਟਾ ਅਸੀਂ ਅੱਜ ਕੀ ਪੜਾਂਗੇ ਕਿ ਇਹਦੇ ਸਟੇਟਸ ਆਫ ਮੈਟਰ ਹੁੰਦਾ ਕੀ ਹੈ ਮੈਟਰ ਕੀ ਹੁੰਦਾ ਹੈ ਮੈਟਰਸ ਕਿੰਨੇ ਟਾਈਪਸ ਦੇ ਹੁੰਦੇ ਆ ਇਹ 3 ਟਾਈਪਸ ਦੇ ਹੁੰਦੇ ਆ ਸੋਲਿਡ ਲਿਕੁਇਡ ਗੈਸ ਦਿਸ ਇਜ਼ ਜਸਟ ਐਨ ਐਗਜ਼ਾਮਪਲ ਓਕੇ ਤਾਂ ਉਸ ਚ ਕੀ ਹੈ ਸਟੇਟ ਆਫ ਮੈਥਡ ਦੱਸੇ ਜਾਂਦੇ ਆ ਮੈਟਰਸ ਕਿ 3 ਟਾਈਪਸ ਦੇ ਹੁੰਦੇ ਸੋਲਿਡ ਲਿਕੁਇਡ ਗੈਸ ਇਹਦੇ ਵਿੱਚ ਟੀਚਰ ਕੀ ਕਰਦੇ ਆ ਆਪਣਾ ਲੈਕਚਰ ਡਿਲੀਵਰ ਕਰਦੀ ਹੈ ਤਾਂ ਕਿ ਉਹ ਆਪਣੀ ਦੱਸੇ ਕਿ ਚੈਪਟਰ ਦੇ ਵਿੱਚ ਕੀ ਚੀਜ਼ ਹੈ ਕੀ ਨਹੀਂ ਹੈ ਉਹਨਾਂ ਨੂੰ ਇੱਕ बोल के तरीका दसिया जाता है जिहदे नाल की हुंदा बच्चों नूं याद करन दे विच ईजी हुंदा है इट इज एन लेक्चर मैथड इट इज एन लेक्चर मैथड ओके नेक्स्ट अपना इहदे लेक्चर मैथड दे की आणगे प्रिंसिपल्स हम प्रिंसिपल्स ता लिखने पैणगे तां करके आपां थोड़े लिख लैने Principles of lecture method. Okay. First है teacher should be aware of the needs of the learner. The teacher should be aware of needs of learner. Second point again, the teacher must have interest in their subject and read the mind of students. Teachers should have enough time to build mental picture with new concept and previous knowledge.
रही है, बच्चे ਤੁਹਾਡੇ स्लो लर्नर है मोस्ट ऑफ द स्टूडेंट्स कि हाई लर्नर है थिंकिंग किवें दी मतलब IQ ਲੈਵਲ ਕਿੰਨਾ ਹੈ ਬੱਚੇ ਦਾ। ਤਾਂ ਟੀਚਰ ਨੂੰ ਅਵੇਅਰ ਹੋਣਾ ਚਾਹੀਦਾ ਕਿ ਬੱਚਿਆਂ ਨੂੰ ਨੀਡ ਕਿੰਨੀ ਹੈ। ਜਿਵੇਂ ਫॉर ਐਗਜ਼ਾਮਪਲ ਜੇ ਤੁਸੀਂ ਉਹਨੂੰ ਸਟੇਟਸ ਆਫ ਮੈਟਰ ਕਰਾ ਰਹੇ ਤਾਂ ਤੁਸੀਂ ਉਹਨੂੰ ਮਤਲਬ ਕਿ 10 ਜੇ ਬੱਚਾ 7th ਜਾਂ 6th ਕਲਾਸ ਹੈ ਉਹਨੂੰ ਤੁਸੀਂ 10th ਦੇ ਲੈਵਲ ਦੇ ਸਮਝਾ ਰਹੇ ਹੋ ਤਾਂ ਬੱਚਾ ਤੁਹਾਡਾ ਕੈਰੀ ਨਹੀਂ ਕਰੇਗਾ। एटलीस्ट उन्हें जे मतलब कि बच्चे ਨੂੰ सिर्फ मीनिंग है स्टेट ऑफ मैटर ਦਾ मीनिंग है तो मीनिंग ही करवाया जाए ਤੇ टाइप सी करवाई जाए ना कि उन्होंने सो मच एक्स्ट्रा नॉलेज दी जाए। कई बार की होंगे ਇਹਦੇ ਦੋ ਇਫੈਕਟਸ ਹੁੰਦੇ ਆ, ਜਿਹੜੇ ਬੱਚੇ ਥੋੜੇ IQ ਲੈਵਲ ਜ਼ਿਆਦਾ ਹੁੰਦੇ ਆ ਉਹ ਤਾਂ ਕੈਚ ਕਰ ਲੈਂਦੇ ਆ ਤੇ ਜਿਹੜੇ ਸਲੋ ਲਰਨਰਸ ਹੁੰਦੇ ਆ ਉਹ ਕੈਚ ਨਹੀਂ ਕਰ ਸਕਦੇ ਤਾਂ ਉਹਨਾਂ ਦੇ ਮਾਈਂਡ 'ਚ ਕੀ ਪੈ ਜਾਂਦਾ ਬਰਡਨ ਆਉਣ ਲੱਗ ਜਾਂਦਾ ਕਿ ਹਾਂ ਅਸੀਂ ਆਹ ਕਰਨਾ ਸੀ ਐਵੇਂ ਕਰਨਾ ਸੀ ਉਹ ਆ ਵੀ ਪਿਆ ਮਤਲਬ ਲੋਟ ਆਫ ਬਰਡਨਸ ਤੇ ਜਿਹੜਾ ਉਹਨਾਂ ਦਾ ਮੇਨ पता होवे कि हाँ आ भी करना सी जेड़ा मेन टॉपिक होंदा है वो बच्चे याद नहीं कर सकते क्योंकि एक टीचर नु अवेयर होना चाहिए कि बच्चे दी नीड्स कितनी है लर्नर दी नीड कितनी है कि कितना वो कैच कर सकता है केड़ी लैंग्वेज दे विच ज्यादा इजीली कैच कर सकता है। सेकंड पॉइंट द टीचर मस्ट हैव इंटरेस्ट इन द सब्जेक्ट्स। फॉर एग्जांपल्स कई बार तुसी सुनिया होना प्राइवेट स्कूल्स दे विच या अपने किसी भी फील्ड दे विच लगा लो जे टीचर साइंस ही है तो उन्हें मैथ सब्जेक्ट पढ़ाया जाता है या मतलब ऐसे साइंस पे बहुत बार नोट भी किया उन्हें नो डाउट। तो टीचर की करता है और टीचर बेचारा पहला तो खुद ही बहुत परेशान होता है क्योंकि उन्हें उस टॉपिक बारे नॉलेज ही नहीं होंगी वो बाय चांस यूट्यूब तो पढ़ भी आता है पढ़ लिया उन्हें तो याद भी कर लिया सारा कुछ हाँ हाँ ठीक है आ भी आवे तो बच्चे ने जे बाय चांस उन्हें रट्टा भी मारे बाय चांस टीचर बच्चे ने क्वेश्चन अपने तो दोबारा या कितों होर पूछ लिया तो वो बच्चे को कुछ और समझा नहीं पाए क्योंकि एक टीचर का इंटरेस्ट आदे सब्जेक्ट दे विच बहुत जरूरी है बहुत ज़्यादा। एंड रीड द माइंड ऑफ द स्टूडेंट्स जिवें बच्चों ने तुसीं कई बार अपने टीचर्स भी बड़े चंगी तरह नोट कर लेंदे हैं कि तुसीं ओहो तेन समझ नहीं आ रहा तेन नींद आ रही है आपां मतलब कि एवें करदे ते टीचर शुड रीड द माइंड कि बच्चा दे माइंड दे विच की चल रहा है एटलीस्ट थोड़ा बहुत आपां देखो किसी का माइंड नहीं पढ़ सकते तो एटलीस्ट थोड़ा जिहा आपां अब्जॉर्ब तो कर सकते हैं ना कि बच्चा पढ़ रहा है इंटरेस्ट है कि नहीं है। थर्ड है ना टीचर शुड हैव इनफ टाइम टू बिल्ड मेंटल पिक्चर मतलब कि एक टीचर जिहड़ा एक टॉपिक पढ़ाता जिवें आपां एग्जांपल नेचुरल रिसोर्सेज दी लगा लो या एयर पोल्यूशन दी ला लो एक उन्हें पिक्चर बना दो बच्चे उन्होंने एक टॉपिक कराता उन्होंने कहो कि तुसीं पढ़ो ताकि है वो टॉपिक जिहड़ा है बच्चे के दिमाग दे विच उवें पिक्चर बन जाए कि हाँ असं अज एवें पढ़िया कि फॉर एग्जांपल स्टोरी आप स्टोरी करते बच्चा बड़े इंटरेस्ट नाल समझदा है क्यों क्योंकि पिक्चर्स नाल आप दिखाई हुंदी है तो उहदे दिमाग च उवें ही चलदा रहिंदा ते उहनूं एक नवा कंसैप्ट ते पुराना कंसैप्ट मिल गई हाँ असं 6th क्लास दे विच पढ़िया सी वो ठीक है 7th दे विच पढ़िया सी बल्कि उहनूं इंटरलिंक होवे दोनों कुछ एवें ना होवे कि तुसीं उहनूं प्रीवियस नॉलेज ना दसो ते अगे टपाई जाओ चाहे वो बच्चे ने 10th या 9th दे विच टॉपिक ये तीन प्रिंसिपल सी लेक्चर मैथड दे तुसीं नोट डाउन कर सकते हो। ओके स्टूडेंट्स नेक्स्ट आपां इस तो बाद कंटिन्यू करते हैं अगला मैथड जिहड़ा है आपां ओह कंटिन्यू करते हैं एक सेकंड। नेक्स्ट है अपना लेक्चर कम डेमोन्स्ट्रेशन आ नोट डाउन कर लिया होना तुसीं लेक्चर कम डेमो ਜਿਹੜੇ ਇਹਨਾਂ ਦੇ ਨੋਟਸ ਹੈ ਕਈ ਬੱਚਿਆਂ ਨੂੰ ਇਹ ਹੁੰਦਾ ਕਿ ਅਸੀਂ ਭੁੱਲ ਜਾਵਾਂਗੇ ਨੋਟਸ ਬਣਾਉਣ ਦੀ ਆਦਤ ਹੈ ਤਾਂ ਤੁਸੀਂ ਇਹ ਜੇ ਤੁਸੀਂ ਇਸ ਕਲਾਸਿਸ ਨੂੰ ਸਬਸਕ੍ਰਾਈਬ ਕਰਦੇ ਹੋ ਜਾਂ ਤੁਸੀਂ ਕਲਾਸਿਸ ਆਨਲਾਈਨ ਲੈਣੇ ਹੋ ਤਾਂ ਤੁਹਾਨੂੰ ਨੋਟਸ ਪਲੀਜ਼ ਮਿਲ ਜਾਣਗੇ ਡੋਂਟ ਵਰੀ ਅਬਾਊਟ ਇਟ। ਡੈਮੋਨਸਟ੍ਰੇਸ਼ਨ ਇਹਦੇ ਵਿੱਚ ਕੀ ਹੁੰਦਾ ਹੈ ਲੈਕਚਰ ਮੈਥਡ ਰਿਮੂਵ ਹੋ ਜਾਂਦਾ ਜਿਹੜਾ ਆਪਣਾ ਲੈਕਚਰ ਮੈਥਡ ਹੁੰਦਾ ਹੈ ਉਹ ਰਿਮੂਵ ਹੋ ਜਾਂਦਾ ਜਿਵੇਂ ਮਤਲਬ ਕਿ ਤੁਸੀਂ ਫॉर ਐਗਜ਼ਾਮਪਲ ਪ੍ਰੈਕਟੀਕਲ ਵਰਕਸ ਕਰਦੇ ਹੋ ਪ੍ਰੈਕਟੀਕਲ ਵਰਕ ਦੇ ਵਿੱਚ ਕੀ ਹੁੰਦਾ ਹੈ ਤੁਹਾਨੂੰ ਮੈਮ ਪਹਿਲਾਂ ਇੱਕ ਪ੍ਰੋਸੀਜਰ ਦਿਖਾਉਂਦੀ ਹੈ ਸਾਇੰਸ ਵਾਲੇ ਬੱਚਿਆਂ ਨੂੰ ਪਤਾ ਹੋਊਗਾ ਮੈਮ ਤੁਹਾਨੂੰ ਇੱਕ ਪ੍ਰੋਸੀਜਰ ਲਿਖਾ ਦੇਣਗੇ ਬੇਟਾ ਤੁਸੀਂ ਟੈਸਟ ਟਿਊਬਸ ਲੈਣੀ ਹੈ ਟੈਸਟ ਟਿਊਬ ਦੇ ਵਿੱਚ ਇਹ ਸੋਲੂਸ਼ਨ ਪਾਣਾ ਹੈ ਇਸ ਸੋਲੂਸ਼ਨ ਤੋਂ ਬਾਅਦ ਇਹਨੂੰ ਬਰਨ ਕਰਨਾ ਹੈ ਜਦੋਂ ਪ੍ਰੋਪਰਲੀ ਡਿਸੋਲਵ ਹੋ ਜਾਏਗਾ ਤਾਂ ਨੈਕਸਟ ਸੋਲੂਸ਼ਨ ਪਾਣਾ ਹੈ ਇੱਕ ਮੈਥਡ ਨਾਲ ਦੱਸਿਆ ਇਹਦੇ ਨਾਲ ਕੀ ਹੁੰਦਾ ਬੱਚਿਆਂ ਨੂੰ ਪ੍ਰੈਕਟੀਕਲ ਨੌਲੇਜ ਮਿਲਦੀ ਹੈ
Demonstrations means practical knowledge. ਇਹਦੇ ਵਿੱਚ ਟੀਚਰ ਤੁਹਾਨੂੰ ਲੈਕਚਰ ਵੀ ਦਿੰਦੀ ਹੈ, ਬਟ ਲੈਕਚਰ ਦੇ ਨਾਲ ਆਪਣੀ ਨੂੰ ਕੀ ਮਿਲ ਜਾਂਦੀ ਹੈ, ਇੱਕ ਪ੍ਰੈਕਟੀਕਲ ਨੌਲੇਜ। ਫॉर एग्जांपल ਜਿਵੇਂ ਸਾਇੰਸ ਵਾਲੇ ਸਟੂਡੈਂਟਸ ਨੂੰ ਕਿਹਾ ਜਾਂਦਾ ਹੈ ਫਾਈਲਸ ਬਣਾਉਣ ਨੂੰ ਕਿ ਡਿਫਰੈਂਟ ਕਾਈਂਡਸ ਆਫ ਪਲਾਂਟਸ ਦੇ ਤੁਸੀਂ ਮਤਲਬ ਕਿ ਉਗਾਓ ਜਾਂ ਕੰਮ ਕਰੋ, ਹਨਾ, ਕਿ ਪਲਾਂਟਸ ਦੇ ਵਿੱਚ ਕੀ ਫੀਚਰਸ ਹੈ, ਕਿ ਤੁਸੀਂ ਮਤਲਬ ਕਿ ਇੱਕ ਡਾਰਕ ਰੂਮ ਦੇ ਵਿੱਚ ਇੱਕ ਪਲਾਂਟ ਰੱਖ ਦਿਓ, ਇੱਕ ਆਪਾਂ ਸਨਲਾਈਟ ਦੇ ਨੀਚੇ ਰੱਖ ਦਈਏ, ਹੈ ਨਾ, ਤਾਂ ਫਾਈਂਡ ਦ ਡਿਫਰੈਂਸ ਬਿਟਵੀਨ। ਉਹਦੇ 'ਚ ਕੀ ਹੋਏਗਾ, ਟੀਚਰ ਨੇ ਤੁਹਾਨੂੰ ਇੱਕ ਲੈਕਚਰ ਦੱਸਿਆ ਕਿ ਹਾਂ ਮਤਲਬ ਕਿ ਬੇਟਾ ਤੁਸੀਂ ਐਵੇਂ ਐਵੇਂ ਕਰਨਾ ਹੈ, ਬਟ ਜਿਹੜੀ ਤੁਸੀਂ ਡੈਮੋਨਸਟ੍ਰੇਸ਼ਨ ਪ੍ਰੈਕਟੀਕਲ ਨੌਲੇਜ ਹੈ ਖੁਦ ਲੈ ਰਹੇ ਹੋ, ਉਹਦੇ ਵਿੱਚ ਤੁਸੀਂ ਨੌਲੇਜ ਖੁਦ ਗੇਨ ਕਰ ਰਹੇ ਹੋ ਬਾਈ ਸੀਇੰਗ ਦਾ ਆਬਜੈਕਟਸ, ਕਿ ਤੁਸੀਂ ਜਿਹੜਾ ਐਕਸਪੈਰੀਮੈਂਟ ਜਾਂ ਆਬਜੈਕਟਸ ਨਾਲ ਕਰ ਰਹੇ ਹੋ ਕੰਮ, ਉਹਦੇ ਨਾਲ ਤੁਸੀਂ ਦੇਖ ਕੇ ਕੀ ਬਣ ਜਾਂਦਾ ਆਪਣਾ ਇਲੈਕਟ੍ਰੋਨ ਡੈਮੋਨਸਟ੍ਰੇਸ਼ਨ ਮੈਥਡ ਲੈਟ। ਠੀਕ ਹੈ ਜੀ, ਇਹ ਹੋ ਗਿਆ, ਬਹੁਤ ਈਜ਼ੀ ਮੈਥਡ ਹੈ, ਡੋਂਟ ਵਰੀ ਅਬਾਊਟ दैट। ਹੁਣ ਇਸ ਤੋਂ ਬਾਅਦ ਇਹਦੇ ਆਉਂਦੇ ਆ ਪ੍ਰਿੰਸੀਪਲਸ। ਇਹਦੇ ਬੱਚਾ ਜਿਹੜਾ ਯਾਦ ਕਰਦਾ ਹੈ ਉਹ ਲਰਨਿੰਗ ਬਾय डूइंग करता है, लर्निंग बाय डू मतलब कि याद काम कर करके याद करना। प्रिंसिपल्स फर्स्ट है गया अपना द मोटिव ऑफ एजुकेशन। एजुकेशन का मोटिव की है, द मोटिव मैं एक्सप्लेन कर चुका दिया। द मोटिव ऑफ एजुकेशन लर्निंग बाय डूइंग। The development of laboratory skills among the student टीचर की करती है ਇਹਦਾ एजुकेशन ਦਾ मोटिव ਕੀ ਹੁੰਦਾ, लर्निंग बाय डूइंग, मतलब कि सीखो नॉलेज लो बट काम कर करके नॉलेज लो। ਤਾਂ ਆਪਣਾ ਕੀ मोटिव ਹੁੰਦਾ एजुकेशन ਦਾ, लर्निंग बाय डूइंग, कि याद करो सीखो चीज ਨੂੰ बट ਉਹਨੂੰ कर करके सीखो। ਜਿਵੇਂ ਪਲਾਂਟਿੰਗ ਕਰਨੀ, ਕੋਈ ਐਕਸਪੈਰੀਮੈਂਟ ਕਰਨਾ, ਉਹਨੂੰ ਕਰਕੇ ਫਿਰ ਉਹਨੂੰ ਅੰਡਰਸਟੈਂਡਿੰਗ ਕਰੋ ਕਿ ਤੁਸੀਂ ਕਰ ਕੀ ਰਹੇ ਹੋ, then you are able to write the answer properly। ਇਸ ਤਰ੍ਹਾਂ ਤੁਸੀਂ ਆਪਣੀ ਲੈਂਗੁਏਜ ਦੇ ਵਿੱਚ ਆਨਸਰ ਲਿਖ ਸਕਦੇ ਹੋ। ਸੈਕਿੰਡ ਹੈਗਾ ਦ ਡਿਵੈਲਪਮੈਂਟ ਆਫ ਲੈਬੋਰੇਟਰੀ ਸਕਿੱਲਸ। ਜਿਵੇਂ ਮਤਲਬ ਕਿ ਇੱਕ ਸਕਿੱਲਸ ਹੁੰਦੀ ਹੈ ਬੱਚਿਆਂ ਦੇ ਵਿੱਚ, ਜਿਵੇਂ ਕਈਆਂ ਦੀ ਡਾਂਸ ਦੇ ਵਿੱਚ ਹੁੰਦੀ ਹੈ, ਐਕਟੀਵਿਟੀਜ਼ ਦੇ ਵਿੱਚ ਹਮੇਸ਼ਾ ਹਰ ਕਿਸੇ ਬੱਚੇ ਦੀ ਇੰਟੈਲੀਜੈਂਸੀ ਹੁੰਦੀ, ਉਸੇ ਤਰ੍ਹਾਂ ਉਹਦੀ ਲੈਬੋਰੇਟਰੀ ਸਕਿੱਲਸ, ਕਿ ਲੈਬੋਰੇਟਰੀ ਤੇ ਜਾ ਕੇ ਉਹ ਐਕਸਪੈਰੀਮੈਂਟਸ ਕਰ ਸਕੇ, ਉਹਦੀ ਸਕਿੱਲ ਜੇ ਬੱਚੇ ਦੇ ਵਿੱਚ ਹੈਗੀ ਹੈ ਤਾਂ ਹੀ ਉਹ ਅੱਗੇ ਜਾ ਕੇ ਕੀ ਬਣਦਾ ਆਪਣਾ ਸਾਇੰਟਿਸਟ ਜਾਂ ਲੈਬੋਰੇਟਰੀ। ਠੀਕ ਹੈ, ਤਾਂ ਇਹਦੇ ਵਿੱਚ ਉਹਦੇ ਬੱਚੇ ਦੀ ਕੀ ਹੋਗੀ, ਲੈਬੋਰੇਟਰੀ ਸਕਿੱਲਸ ਅਮੰਗ ਦ ਸਟੂਡੈਂਟਸ ਵੀ ਡਿਵੈਲਪਮੈਂਟ ਹੋ ਜਾਏਗੀ। ठीक है जी, ये अपने दो प्रिंसिपल सी। नेक्स्ट अपना टॉपिक है, थर्ड मेथड है ऑब्जर्वेशन। थर्ड मेथड है अपना मैं देनी है एक बहुत एग्जांपल है, आ पेपर है, पेपर ਦੇ ਵਿੱਚ ਲਗਾਇਆ, ਤੁਸੀਂ ਬੱਚੇ ਨੂੰ ਕਹੋ ਤੁਸੀਂ ਕੀ ਆਬਜ਼ਰਵ ਕਰ ਰਹੇ ਹੋ, ਲਿਖੋ, ਬੱਚਾ ਕੀ ਕਰੇਗਾ, ਬੱਚਾ ਸਮਝ ਨਹੀਂ ਆਏਗਾ, ਉਹਦੀ ਥਿੰਕਿੰਗ ਤੇ ਡਿਪੈਂਡ ਹੈ ਕਿ ਉਹਦਾ ਦਿਮਾਗ ਕਿੱਥੋਂ ਤੱਕ ਸੋਚ ਰਿਹਾ, ਕੀ ਆਬਜ਼ਰਵ ਕਰ ਰਿਹਾ ਉਹ ਚੀਜ਼, ਤਾਂ ਉਹ ਲਿਖੇਗਾ ਬੱਚਾ, ਇੱਕ ਲਿਖ ਦੇਗਾ ਇੱਕ ਸ਼ੀਟ ਹੈ, ठीक है, एक होल है या एक होल दे बाहर की एक शीट है, ये तो एक्सपेरिमेंट जिवें फॉर एग्जांपल ग्लास है, ये वाटर है, जिवें आपां कह दिंदे आ फुल ऑफ हाफ ऑफ वाटर है ना, या हाफ ग्लास ऑफ वाटर
फुल क्लास इस लेसन मतलब कि बहुत सारे ये अपनी ऑब्जर्व होंगे सब दी अपने माइंड ते थिंकिंग ते डिपेंड करती है कि वो की सोच रहे हैं ਇਹਦੇ ਨਾਲ ਆਬਜ਼ਰਵਿੰਗ ਮੈਥਡ ਨਾਲ ਕੀ ਹੁੰਦਾ ਜਦੋਂ ਬੱਚਿਆਂ ਨੂੰ ਤੁਸੀਂ ਐਕਸਪੈਰੀਮੈਂਟ ਕਰਕੇ ਕੋਈ ਚੀਜ਼ ਸਿਖਾਉਂਦੇ ਹੋ ਕਲਾਸ ਵਿੱਚ ਜਿਵੇਂ ਆਪਣੀ ਪ੍ਰੋਪਰਟੀਜ਼ ਸਿਖਾਉਣੀਆਂ ਹੋਵੇ ਸਟੇਟ ਆਫ ਮੈਟਰ ਦੀਆਂ ਤਾਂ ਤੁਸੀਂ ਕੀ ਕਰੋਗੇ ਇੱਕ ਜਿਵੇਂ ਥਰਮਾਕੋਲ ਦੇ ਵਿੱਚ ਜਾਂ ਇੱਕ ਡਿਸਪੋਜ਼ਲ ਗਲਾਸ ਦੇ ਵਿੱਚ ਲੂਜ਼ਲੀ ਪੈਕ ਕਰ ਸਕਦੇ ਹੋ ਇੱਕ ਨੂੰ ਥੋੜਾ ਜਿਹਾ टाइटली पैक कर सकते हो एक दे विच थोड़ा ये हो जाता है ये मॉडल भी एक्सप्लेन तुसी बच्चे देखेंगे तो उन्होंने एटलीस्ट उन्होंने माइंड नु वो चीज कैरी हो जाएगा बच्चा की हो जाएगा अब्जॉर्ब कर लेगा बहुत जल्दी क्योंकि स्टूडेंट्स जेडे बच्चे होंदे हैं वो दूसरों को देख के ज़्यादा जल्दी गेन कर लेते हैं फॉर एग्जांपल एक टीचर एक क्वेश्चन पढ़ा रही है तो उसका कोई फ्रेंड या उसका कोई भी मतलब ऐसा फ्रेंड लगा लो या उसका मतलब कि एज ब्रदर सिस्टर उन्होंने सिखावे तो जल्दी थोड़ा ये जल्दी कैरी कर लेंगे क्यों क्योंकि उन्होंने पता होंगे बच्चे छोटी आपकी एग्जाम्पल ही देंगे उन्होंने कंसैप्ट जो ऑब्जर्व है अकॉर्डिंग टू देयर एज करना चाहिए ये बच्चे की एज कितनी है उसकी कैपेसिटी कितनी है जो वो मैंटली डिस्टर्ब है तो वो बच्चा कुछ नहीं कर सकेगा ऑब्जर्व नहीं कर सकेगा जो उसका माइंड मतलब कि एज के अकॉर्डिंग चल रहा है तो IQ लेवल उसका थोड़ा हाई है तो बच्चा बहुत ईजीली कैरी कर सकता है ठीक है ये अपना सी ऑब्जर्वेशन मैथड ਹੁਣ ਇਹਦੇ ਕੀ ਕਰਾਂਗੇ ਆਪਾਂ ਪ੍ਰਿੰਸੀਪਲਸ ਇਹਦੇ ਪ੍ਰਿੰਸੀਪਲਸ ਦੇ ਵਿੱਚ ਆਪਾਂ ਕੀ ਕਰਾਂਗੇ ਪ੍ਰਿੰਸੀਪਲਸ ਚਲੋ ਦੇਖੀ ਲਈਏ ਪਹਿਲਾਂ ਪਹਿਲਾ ਪ੍ਰਿੰਸੀਪਲ ਕੀ ਆਏਗਾ ਇਹਦਾ ਕਿ ਪ੍ਰਿੰਸੀਪਲ ਆਫ ਫਰੀडम ਆਪਾਂ ਫਰੀडम ਲਿਖਾਂਗੇ ਸਿਰਫ ਸੈਕਿੰਡ ਹੈ प्लेवे मेथड principle of activities experiences individual efforts logical thinking अपने 6 प्रिंसिपल्स है एक है फ्रीडम इन द सेंस कि बच्चा जेड़ा मतलब कि सोच रहे हैं जिवें अपन की करते हैं जिवें कोई बच्चा बाय चांस कई फैमिलीज होंदी है लेफ्ट हैंड ਨਾਲ लिख रहे हैं ਉਹਨੂੰ ਮਾਰ ਕੇ ਕੀ ਕਰਾਂਗੇ ਰਾਈਟ ਹੈਂਡ ਨਾਲ ਲਗਵਾਣੀ ਤਾਂ ਕੀ ਹੈ ਇਹਦੇ ਵਿੱਚ ਆਬਜ਼ਰਵੇਸ਼ਨ ਦੇ ਵਿੱਚ ਹੁੰਦਾ ਕਿ ਬੱਚਾ ਫਰੀडम ਹੈਗੀ ਆ ਉਹਨੂੰ ਕਿ ਉਹ ਆਪਣਾ ਖੁਦ ਦਾ ਸੋਚ ਸਕਦਾ ਹੈ ਕਿ ਇਹਦਾ ਆਨਸਰ ਕਿਵੇਂ ਆਏਗਾ ਕਿ ਕਿਵੇਂ ਆਏਗਾ ਕਿ ਨਹੀਂ सेकेंड है प्ले वे मैथड्स प्ले मतलब कि खेल के कराना जिवें फॉर एग्जांपल आप ग्रेविटी या मतलब कि आप दिखानी है कि आपने जेड़ा एप्पल्स है न्यूटन दा लॉ करना है ठीक है तुसी बॉल नाल चॉक्स नाल डस्टर नाल किसी नाल भी दिखा सकते एक प्ले नाल मतलब कि मैथड यूज करके बच्चे ਨੂੰ ਕੀ ਕਰ ਰਹੇ ਹੋ ਤੁਸੀਂ ਨੌਲੇਜ ਦੇ ਰਹੇ ਹੋ फिर है एक्टिविटी मतलब कि जिवें मोबाइल दा अपने ਨੂੰ ਕੀ ਹੈਗਾ ਐਸੇ ਹੈ ਉਹਦੇ ਚ ਕੀ ਹੈ ਤੁਹਾਨੂੰ ਇੱਕ ਤਾਂ ਮੋਬਾਈਲ ਦੇ ਤੁਸੀਂ ਬੈਨੀਫਿਟਸ ਦੱਸ ਸਕਦੇ ਹੋ ਉਹਦੇ ਬੈਨੀਫਿਟਸ ਕੀ ਹੈ ਕਿ ਬੱਚਿਆਂ ਨੂੰ ਪੁੱਛ ਕੇ ਹਨਾ ਤੇ ਉਹਦੇ ਲਿਮਿਟੇਸ਼ਨਸ ਕੀ ਹੈ ਉਹ ਵੀ ਤੁਸੀਂ ਬਾਈ ਐਕਟੀਵਿਟੀਜ਼ ਕੋਈ ਵੀ ਐਕਟੀਵਿਟੀ ਨਾਲ ਦੱਸ ਸਕਦੇ ਹੋ एक्सपीरियंस बच्चे को एक्सपीरियंस एक्सपेरिमेंट करके दिखाओ या बच्चे को अच्छा ठीक है ਤੁਸੀਂ ਕਰੋ ਪਲਾਂਟਿੰਗ ਕਰਕੇ ਆਈ ਹੋ ਤਾਂ ਕੀ ਐਕਸਪੀਰੀਅੰਸ ਹੋਇਆ ਤੁਸੀਂ ਕੀ ਅਬਜ਼ਰਵ ਕੀਤਾ ਉਹ ਵੀ ਕੀ ਹੁੰਦਾ ਇਹਦਾ ਪ੍ਰਿੰਸੀਪਲ ਹੁੰਦਾ ਇੰਡੀਵਿਜੂਅਲ ਐਫਰਟਸ मतलब कि ਬੱਚੇ ਦੇ ਕਿੰਨੇ ਐਫਰਟਸ ਲੱਗੇ ਉਹ ਚੀਜ਼ ਕਰਨ ਚ हर बच्चा कोई जे किसी ਨੂੰ एक्टिविटी देनी है कोई बच्चे ਦੀ इंटेलिजेंसी किसी लेवल ਦੀ ਹੁੰਦੀ ਹੈ ਕਿਸੇ ਦੀ ਕਿਵੇਂ ਹੁੰਦੀ ਹੈ ਤਾਂ ਉਹਦੀ ਇੰਡੀਵਿਜੂਅਲ ਐਫਰਟਸ ਕਿੰਨੇ ਹੈ ਕਿ ਬੱਚਾ ਕਿੰਨੇ ਆਪਣੀ ਸ਼ਕਤੀ ਲਗਾ ਰਿਹਾ ਜਾਂ ਕਿੰਨਾ ਆਪਣਾ ਐਫਰਟਸ ਲਗਾ ਰਿਹਾ ਕੰਮ ਕਰਨ ਲੌਜੀਕਲ ਥਿੰਕਿੰਗ ਜੇ ਕਿਸੇ ਬੱਚੇ ਨੂੰ ਫॉर एग्जांपल ਤੁਸੀਂ ਬੱਚਿਆਂ ਨੂੰ ਕਿਹਾ ਕਿ ਤੁਸੀਂ ਵੈਪੋਰੇਸ਼ਨ ਤੇ ਤੁਸੀਂ मतलब कि कोई भी एक्सपेरिमेंट करके आ तो बच्चे ने बहुत डिफरेंट करती सबने ठीक है कोई कपड़े मतलब कि कपड़े सुखाने वाला करता किसी ने प्लांटिंग करनी ये लॉजिकल थिंकिंग में बच्चा कित्थों तक सोच रहा है ओदी थिंकिंग पावर कितनी लेवल तक है तो ओदे प्रिंसिपल्स की अपने 6 प्रिंसिपल्स है फ्रीडम प्ले वे एक्टिविटी एक्सपीरियंस एंड इंडिविजुअल एक्टिंग ते लॉजिकल थिंकिंग तो प्लीज जिन्होंने वीडियो पसंद आ रही है तो लाइक ते सब्सक्राइब जरूर करिए कमेंट सेक्शन दे विच कमेंट जरूर दे दियो ओके लेट मी कंटिन्यू अपना फोर्थ है लैबोरेटरी मेथड्स
ਵਿੱਚ ਕਿ ਤੁਸੀਂ ਲੈਬੋਰੇਟਰੀ 'ਚ ਜਾ ਕੇ ਐਕਸਪੈਰੀਮੈਂਟ ਕਰਨਾ ਕਿ मतलब कि किसी चीज़ ਨੂੰ ਆਪਾਂ ਐਕਸਪੈਰੀਮੈਂਟਲੀ ਸ਼ੋ ਕਰਨਾ ਹੈ ਨਾ ਕੈਮੀਕਲ ਰਿਐਕਸ਼ਨਸ ਕਿਵੇਂ ਹੁੰਦੀ ਹੈ ਜਾਂ ਆਪਣਾ ਸਾਲਟ ਕਿਵੇਂ ਬਣਦਾ ਹੈ ਜਿਵੇਂ ਡਿਫਰੈਂਟ ਐਗਜ਼ਾਮਪਲਸ ਉਹ ਆਪਾਂ ਲੈਬੋਰੇਟਰੀ ਮੈਥਡ ਦੇ ਵਿੱਚ ਬੱਚਿਆਂ ਦੀ ਕੀ ਕਰ ਸਕਦੇ ਉਹ ਸਿਖਾ ਸਕਦੇ ਹਾਂ ਕਿ ਆਹ ਮੈਥਡ ਨਾਲ ਆ ਕਰ ਸਕੇ ਠੀਕ ਹੈ ਜੀ ਉਸ ਤੋਂ ਬਾਅਦ ਇਹਦੇ ਕੀ ਆਪਣੇ ਪ੍ਰਿੰਸੀਪਲਸ ਹੈ ਕੋਈ ਜ਼ਿਆਦਾ ਹੁੰਦਾ ਨਹੀਂ ਇਹਦੇ ਮੈਥਡ ਦੇ ਵਿੱਚ ਇਹਦੇ ਟੀਚਰਸ ਦੇਖਦੇ ਹੈ ਕਿ ਬੱਚੇ ਦਾ ਮੈਥਡ ਕਿਹੜਾ ਹੈ ਬੱਚਾ ਕਿੰਨਾ ਐਕਟਿਵ ਹੈ कि बच्चा एक्टिव कितना है कि वो कितना एक्टिवली वो कर जिवें साइंस लैब दे विच हो गया उस विच कितना बच्चा एफर्ट्स कर रहा है कितना वो सोच रहा ਇਹਦੇ प्रिंसिपल्स की आगे वही सेम प्रिंसिपल्स है लर्निंग बाय डूइंग जिवें ਆਪਾਂ लास्ट ਤੇ ਕੀਤਾ ਸੀ फर्स्ट है लर्निंग बाय डूइंग सेकंड ਉਹਨਾਂ स्टूडेंट्स की एज कितनी है अपनी इंटरेस्ट के teacher should must see that students allowed to work independently must not be interfered teacher should not interfere students are following procedure no ਤੁਸੀਂ ਇਹ ਨੋਟ ਡਾਊਨ ਕਰ ਲਓ ਤੁਸੀਂ ਪ੍ਰਿੰਸੀਪਲਸ ਕੀ ਹੈ ਲਰਨਿੰਗ ਬਾਈ ਡੂਇੰਗ ਉਹੀ ਕਿ ਬੱਚਾ ਕਿੰਨਾ ਪੜ੍ਹ ਰਿਹਾ ਕਿਵੇਂ ਸਿੱਖ ਰਿਹਾ ਲਰਨਿੰਗ ਕਰ ਰਿਹਾ ਯਾਦ ਕਿਵੇਂ ਕਰ ਰਿਹਾ ਹੈ ਨਾ ਸਟੂਡੈਂਟਸ ਏਜ ਦੇ ਅਕੋਰਡਿੰਗ ਤੁਸੀਂ ਉਹਨੂੰ ਐਕਸਪੈਰੀਮੈਂਟ ਦੇ ਰਹੇ ਹੋ ਐਵੇਂ ਨਾ ਹੋਵੇ ਬੱਚੇ ਦੀ ਏਜ ਘੱਟ ਹੋਵੇ ਤੇ ਇੰਟਰਸਟ ਹੋਵੇ ਨਾ ਤੇ ਬੱਚੇ ਨੂੰ ਫੜਾ ਦਿਓ ਤੁਸੀਂ ਸਾਇੰਸ ਐਕਸਪੈਰੀਮੈਂਟ ਤਾਂ ਬਲਾਸਟ ਹੀ ਹੋਏਗਾ टीचर शुड नॉट मतलब कि ਇਹਦੇ ਵਿੱਚ ਇਹ ਨਹੀਂ ਹੈ ਕਿ ਬੱਚੇ ਨੂੰ ਤੁਸੀਂ ਦੇਖਣਾ ਹੀ ਨਹੀਂ ਨੋ ਇਹਦੇ ਵਿੱਚ ਤੁਸੀਂ ਬੱਚਿਆਂ ਨੂੰ ਦੇਖ ਸਕਦੇ ਹੋ ਪ੍ਰੋਪਰਲੀ ਦੇਖ ਵੀ ਸਕਦੇ ਹੋ ਬਟ ਉਹਨੂੰ ਇੰਟਰਵਿਊ ਨਹੀਂ ਕਰਨਾ ਕਿ ਨਹੀਂ ਤੂੰ ਐਵੇਂ ਨਹੀਂ ਆ ਕਰ ਮਤਲਬ ਕਿ ਇੱਕ ਪ੍ਰੋਸੀਜਰ ਤੁਸੀਂ ਉਹਨੂੰ ਦੇ ਸਕਦੇ ਹੋ ਬੱਚੇ ਨੂੰ ਤਾਂ ਬੱਚੇ ਨੂੰ ਥੋੜਾ ਜਿਹਾ ਖੁਦ ਕਰਨ ਕਿ ਹਾਂ ਇਹ ਮੈਨੇ ਐਕਸਪੈਰੀਮੈਂਟ किया ਪਹਿਲਾ ਸਟੈਪ ਇਹ ਸੈਕੰਡ ਇਹ ਤਾਂ ਤੁਸੀਂ ਉਹਨੂੰ ਚੈੱਕ ਕਰ ਸਕਦੇ ਹੋ ਜੇ ਉਹਦੀ ਕੋਈ ਗਲਤੀ ਹੈ ਤਾਂ ਤੁਸੀਂ ਉਹਨੂੰ ਉੱਥੇ ਹੀ ਸਟਾਪ ਕਰ ਸਕਦੇ ਹੋ ਮਤਲਬ ਇਹ ਇੰਟਰਫੇਅਰ ਦਾ ਮਤਲਬ ਇਹ ਨਹੀਂ कि तुसी एक्सपेरिमेंट सारी क्लास लैब नु एक्सपेरिमेंट दिता ते आप बाहर चले गए नो दिस इज नॉट अ वे ओके एक ही सी अपने प्रिंसिपल्स ऑफ ऑब्जर्वेशन फिफ्थ मेथड है अपना डिस्कवरी मेथड डिस्कवरी मेथड्स का मीन की हुंदा है कि कोई भी चीज आप डिस्कवर करनी बच्चे नु मतलब कि केमिस्ट्री दे प्रोफेसर लगा लो लंदन दे विच कोई भी लगा लो जिहदे च बच्चे आप डिस्कवर करते हैं मेथड्स कि ਉਹਨਾਂ ਦੀ ਐਨੀ ਕੈਪੇਬਿਲਿਟੀ ਹੁੰਦੀ ਹੈ ਕਿ ਉਹ ਡਿਸਕਵਰੀ ਕਰ ਸਕੇ ਓਕੇ ਆਈ ਐਮ ਕਾਲਿੰਗ ਠੀਕ ਹੈ ਡਿਸਕਵਰ ਦਾ ਮਤਲਬ ਕੀ ਹੁੰਦਾ ਹੈ ਟੂ ਫਾਈਂਡ ਆਊਟ ਇਹਦੇ ਵਿੱਚ ਕੀ ਹੈ ਬੱਚੇ ਨੂੰ ਤੁਸੀਂ ਦੱਸਣਾ ਕਿ ਬੇਟਾ ਜਿਵੇਂ ਮਤਲਬ ਕਿ ਕਈ ਵਾਰ ਬੱਚੇ ਸੁਣੇ ਹੋਣਗੇ ਛੋਟੇ ਬੱਚੇ मम्मा ये कैसे आया मैम ये कैसे आ रहा है आपकी क्लॉक क्यों चल रही है ये गोल गोली क्यों घूमती है जिवें बच्चन कहने ने अर्थ रिवॉल्व अराउंड द प्लैनेट्स या अर्थ जिवें सर्कुलर ऑर्बिट्स घूमदी ਤਾਂ ਬੱਚੇ ਪੁੱਛਦੇ ਧਰਤੀ ਕਿਉਂ ਘੁੰਮਦੀ ਹੈ ਗੋਲ ਗੋਲ ਉਹ ਟ੍ਰਾਇੰਗਲ ਕਿਉਂ ਨਹੀਂ ਘੁੰਮਦੀ ਮੇਰੇ ਬਹੁਤ ਸਾਰੇ ਕੁਐਸਚਨਸ ਹੁੰਦੇ ਜਿਹੜੇ ਕਿ ਬੱਚੇ ਲਈ ਆਉਂਦੇ ਤਾਂ ਉਹਦੇ ਡਿਸਕਵਰੀ ਮਤਲਬ ਕਿ ਉਹਦੇ ਜੇ ਬੱਚਿਆਂ ਨੇ ਤੁਸੀਂ ਆਨਸਰਸ ਦੋਗੇ ਜਾਂ ਬੱਚੇ ਦੀ ਥਿੰਕਿੰਗ ਕੁਐਸਚਨਸ ਹੀ ਐਵੇਂ ਦੇ ਪੁੱਟ ਕਰੋਗੇ ਕਿ ਉਹਦਾ ਦਿਮਾਗ ਉੱਥੋਂ ਤੱਕ ਚੱਲੇ ਤਾਂ ਬੱਚਾ ਖੁਦ ਡਿਸਕਵਰ ਕਰ ਸਕਦਾ ਹੈ ਤਾਂ ਕਿ ਉਹ ਕੀ ਬਣ ਜਾਏ ਸਾਇੰਟਿਸਟ ਹਰ ਸਾਇੰਟਿਸਟ ਦੇ ਬੇਤੁਕੇ ਸਵਾਲ ਹੁੰਦੇ ਕਿ ਹਾਂ ਇਹ ਕਿਵੇਂ ਸਾਇੰਟਿਸਟ ਬਣਨ ਲਈ ਇਹ डिस्कवरी मैथड बहुत इंपॉर्टेंट है ਜਿਹੜੇ ਬੱਚਿਆਂ ਨੂੰ ਡਿਸਕਵਰੀ ਦੇ ਵਿੱਚ ਇੰਟਰਸਟ ਹੈ ਤਾਂ ਐਟਲੀਸਟ ਉਹ ਫਿਊਚਰ ਦੇ ਵਿੱਚ ਸਾਇੰਟਿਸਟ ਦਾ ਕੰਮ ਕਰ ਸਕੇ ਓਕੇ ਇਹਦੇ ਪ੍ਰਿੰਸੀਪਲਸ ਕਰ ਲਈ ਆਪਾਂ प्रिंसिपल ऑफ एक्टिविटी प्रिंसिपल ऑफ लॉ ऑफ लर्निंग
लॉजिकल थिंकिंग, एक्सपेरिमेंट्स। प्रिंसिपल ਦੇ ਵਿੱਚ ਕੀ ਹੈ, ਚਾਰ ਤਰ੍ਹਾਂ ਦੇ ਪ੍ਰਿੰਸੀਪਲਸ ਹੈ। ਇੱਕ ਹੈਗਾ ਪ੍ਰਿੰਸੀਪਲ ਆਫ ਐਕਟੀਵਿਟੀਜ਼, ਜਿਵੇਂ ਐਕਟੀਵਿਟੀ ਕਰਕੇ ਬੱਚੇ ਨੇ ਡਿਸਕਵਰ ਕਰਨੀ ਕੋਈ ਵੀ ਚੀਜ਼, ਠੀਕ ਹੈ ਜੀ। लॉ ऑफ लर्निंग, मतलब कि लॉस नाल मतलब कि जिवें कोई फार्मूलाज होंगे हैं, लॉ होंगे हैं साइंस दे विच, उन्होंने फॉलो करके लॉज नूं याद करके आपां कोई एक्सपेरिमेंट करना। फिर आ गया लॉजिकल थिंकिंग, मतलब कि मैं डीप थिंकिंग करना, ये चीज़ एवें क्यों आई, अच्छा कॉपर का कलर ब्लू क्यों हुंदा है, मतलब कि लाइक दिस, ये लॉजिकल थिंकिंग। फोर्थ की है एक्सपेरिमेंट्स करके, सेम कि बच्चा एक्सपेरिमेंट किवें करदा है, किवें करके वो की अब्जॉर्ब करदा, की डिस्कवर करदा नवा, ਤਾਂ ਉਹ ਕੀ ਹੈ ਇਹਦੇ ਪ੍ਰਿੰਸੀਪਲ ਆਫ ਡਿਸਕਵਰੀ, ਠੀਕ ਹੈ ਜੀ। ਆਪਣਾ ਹੁਣ ਲਾਸਟ ਆ ਗਿਆ ਪ੍ਰੋਬਲਮ ਸੋਲਵਿੰਗ ਮੈਥਡਸ। ਪ੍ਰੋਬਲਮ ਸੋਲਵਿੰਗ ਮੈਥਡਸ ਦਾ ਤੁਸੀਂ ਥੋੜਾ ਬਹੁਤ ਤੁਹਾਨੂੰ ਸਭ ਨੂੰ ਪਤਾ ਹੀ ਹੋਏਗਾ, ਇਹ ਆਪਣਾ ਲਾਸਟ ਹੈ ਪ੍ਰੋਬਲਮ ਸੋਲਵਿੰਗ ਮੈਥਡਸ। मैं तो फिर भी कह रही हूँ जी चैप्टर्स है सीटेट ते पीटेट का पेपर लिए बहुत इंपॉर्टेंट है, ये क्वेश्चंस पक्का ही आते होंगे, इट इज वेरी वेरी इंपॉर्टेंट, ओके। चलो लेट मी कंटिन्यू। प्रॉब्लम सॉल्विंग मेथड, 6 मेथड अपना लास्ट मेथड्स है। प्रॉब्लम सॉल्विंग मेथड मतलब कि बच्चे को कोई प्रॉब्लम दे दो, जिवें उन्होंने कह दो ठीक है आ कोई एक्सपेरिमेंट या एक्टिविटी दे दी कि आ दस मैनू आ किवें आया, प्रॉब्लम सॉल्व कर, तो बच्चा की करूगा प्रॉब्लम सॉल्व करने अपनी दिमाग लगाऊगा, पहला लॉजिकल थिंकिंग होगी, उन्हें मेजर करूगा कि किवें आई, तो ਉਹਦੇ ਚ ਕੀ ਹੋਊਗਾ ਬੱਚਾ मतलब कि इंटेलिजेंट होगा, डे बाय डे की हो जाऊगा इंटेलिजेंट, ਉਹਦੀ लॉजिकल थिंकिंग आऊगी कि हाँ मैं सोचना है, इत्थों भी सोचना है, ਤੇ ਮੈਜ਼ਰਸ ਕਰੂਗਾ ਕਿ ਐਵੇਂ ਐਕਸਪੈਰੀਮੈਂਟ ਕਿਵੇਂ ਆਇਆ, ਕਿਉਂ ਨਹੀਂ ਆਇਆ, ਇਹ ਹੋ ਸਕਦਾ ਸੀ ਪ੍ਰੋਬਲਮ ਕਿਵੇਂ ਸੋਲਵ ਕਰਨੀ ਹੈ। ਜਿਵੇਂ ਆਪਣੀ ਲਾਈਫ ਦੇ ਵਿੱਚ ਵੀ ਕੋਈ ਪ੍ਰੋਬਲਮ ਆ ਜੇ ਤਾਂ ਆਪਾਂ ਨੂੰ ਬਹੁਤ ਸੋਚ ਸਮਝ ਕੇ ਪ੍ਰੋਬਲਮ ਸੋਲਵ ਕਰਨੀ, ਇਹਦੇ ਨਾਲ ਬੱਚੇ ਦਾ ਕੀ ਹੁੰਦਾ, ਮਾਈਂਡ ਹੋਰ ਫਰੈਸ਼ ਹੋ ਜਾਂਦਾ, ਸ਼ਾਰਪ ਹੁੰਦਾ, ਠੀਕ ਹੈ। ਇਹਨਾਂ ਦੇ ਪ੍ਰਿੰਸੀਪਲਸ ਕੀ ਹੈ, ਇਹਦੇ ਪ੍ਰਿੰਸੀਪਲਸ ਵੀ ਤੁਹਾਨੂੰ ਬਹੁਤ ਪਹਿਲਾਂ ਵੀ ਕੀਤੇ ਹੋਏ ਆ, ਉਹੀ ਪ੍ਰਿੰਸੀਪਲਸ ਹੈ, ਡੋਂਟ ਵਰੀ ਅਬਾਊਟ ਦੈਟ। ਪ੍ਰਿੰਸੀਪਲਸ ਫਰਸਟ ਹੈ ਲਰਨਿੰਗ ਬਾਈ ਡੂਇੰਗ, learning of freedom of thoughts, uses interest, ਤੇ ਫਿਫਥ ਹੈ scientific reason। ਇਹ ਪੰਜ अपने प्रिंसिपल्स है। लर्निंग बाय डूइंग आप बहुत एक्सप्लेन कर चुके हैं, इन्हें दसने की लोड़ नहीं है कि काम कर करके सीखना। फ्रीडम ऑफ थॉट्स कि जेडे अपने माइंड के थॉट्स ने आप मतलब कि यूज कर मतलब कि अपने रियल लाइफ के विच जिवें कोई भी एक्सपेरिमेंट लगा लो करते हैं तो उन्हें करके भी देखना चाहिए कि हाँ ये नाल यूजफुल है कि नहीं। फ्रीडम ऑफ थॉट्स कि कितना आप सोचते हैं उस चीज़ को। यूजेस ਉਹਦੇ यूजेस की है कि जे अपने रियल लाइफ ਦੇ ਵਿੱਚ ਜਾਂ ਪ੍ਰੈਕਟੀਕਲ ਲਾਈਫ ਦੇ ਵਿੱਚ ਉਹਦੇ यूजेस की है, ਜਿਹੜੀ ਤੁਸੀਂ ਡਿਸਕਵਰਿੰਗ ਕੀਤੀ ਜਾਂ ਪ੍ਰੋਬਲਮ ਦੇ ਸੋਲਵ ਕਰ ਰਹੇ ਹੋ, ਉਹਦਾ यूज ਕੀ ਹੋ ਸਕਦਾ ਹੈ। ਇੰਟਰਸਟ, ਬੱਚੇ ਦਾ ਇੰਟਰਸਟ ਹੋਣਾ ਚਾਹੀਦਾ ਉਸ ਲੈਂਗੁਏਜ ਵਿੱਚ। ਸਾਇੰਟਿਫਿਕ ਰੀਜ਼ਨ, ਇਹਦੇ ਵਿੱਚ ਸਾਇੰਟਿਸਟਲੀ मतलब कि जो ਸਾਇੰਟਿਫਿਕ ਰੀਜ਼ਨ ਹੁੰਦਾ ਹੈ, ਜਿਵੇਂ मतलब ਕੋਈ ਵੀ ਸਾਇੰਟਿਫਿਕ ਰੀਜ਼ਨ ਕੀ ਹੈ, ਕਿਉਂ ਹੈ, ਪ੍ਰੋਬਲਮ ਸੋਲਵ ਆਪਾਂ ਇਸ ਰੀਜ਼ਨ ਨਾਲ ਵੀ ਕਰ ਸਕਦੇ ਹਾਂ, ਇਸ ਰੀਜ਼ਨ ਨਾਲ ਵੀ ਕਰ ਸਕਦੇ ਹਾਂ, ਉਹ ਵੀ ਹੁੰਦਾ। ਇਹ ਸੀ ਆਪਣੇ ਪ੍ਰਿੰਸੀਪਲਸ ਆਫ ਪ੍ਰੋਬਲਮ ਸੋਲਵਿੰਗ ਮੈਥਡਸ। ਇਹਦੇ ਵਿੱਚ ਆਪਾਂ ਹੁਣ ਇਸ ਚੈਪਟਰ ਕੰਪਲੀਟ ਹੋ ਚੁੱਕੇ। ਇਸ ਮੈਥਡ ਦੇ ਵਿੱਚ ਆਪਾਂ 6 ਟਾਈਮ ਮੈਥਡਸ ਪੜ੍ਹੇ ਸੀ ਕਿ ਮੈਥਡਸ ਕਿਹੜੇ-ਕਿਹੜੇ ਹੁੰਦੇ ਜਿਹੜੇ ਕਿ ਆਪਣੇ ਕੰਮ ਆਉਂਦੇ ਆ, ਠੀਕ ਹੈ ਜੀ। ਤੇ ਜਿਹੜਾ ਨੂੰ ਇਹ ਵੀਡੀਓ ਪਸੰਦ ਆ ਜੇ please request है not request, if you like the video then like and subscribe the channel, thank you।